7 ਜੂਨ ਨੂੰ ਹੋਈਆਂ ਪ੍ਰੋਵਿੰਸ਼ੀਅਲ ਚੋਣਾਂ 'ਚ ਫੁੱਲ ਮੈਜੋਰਟੀ ਨਾਲ ਪ੍ਰੋਗਰੈਸਿਵ ਕੰਜ਼ਰਵੇਟਿਵ ਦੀ ਸਰਕਾਰ ਬਣੀ, ਜਾਣੀ ਕਿ ਓਨਟਾਰੀਓ ਦੇ ਲੋਕਾਂ ਨੇ ਡਗ ਫੋਰਡ ਨੂੰ ਆਪਣੇ ਕੀਮਤੀ ਵੋਟ ਪਾ ਕੇ ਸੱਤਾ ਤੇ ਕਾਬਜ਼ ਕੀਤਾ। ਸਰਕਾਰ ਸੰਭਲ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਆਏ ਦਿਨ ਕਮਰ ਕੱਸ ਕੇ ਕੰਮ ਕਰਦੇ ਨਜ਼ਰ ਆ ਰਹੇ ਨੇ। ਮੰਗਲਵਾਰ ਨੂੰ ਜਿੱਥੇ ਡਗ ਫੋਰਡ ਵੱਲੋਂ ਕੈਂਪ ਅਤੇ ਟ੍ਰੇਡ ਫਾਰਮੂਲਾ ਲੋਕਾਂ ਦੇ ਹਿੱਤ 'ਚ ਲਿਆਂਦਾ ਗਿਆ, ਉੱਥੇ ਹੀ ਹੁਣ ਸੂਤਰਾਂ ਵੱਲੋਂ ਖਬਰ ਮੁਤਾਬਕ ਡਗ ਫੋਰਡ ਨੇ ਚੀਫ ਇਨਵੈਸਟਮੈਂਟ ਆਫਿਸਰ, ਚੀਫ ਸਾਇੰਟਿਸਟ ਤੇ ਪ੍ਰੀਮੀਅਰ ਦੇ ਬਿਜ਼ਨਸ ਐਡਵਾਈਜ਼ਰ ਦੀ ਛੁੱਟੀ ਕਰ ਦਿੱਤੀ ਹੈ। ਡਗ ਫੋਰਡ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੇ ਓਨਟਾਰੀਓ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਐਕਟ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਮੁਲਤਵੀ ਕਰ ਦਿੱਤਾ ਹੈ। ਫੋਰਡ ਦਾ ਕਹਿਣਾ ਹੈ ਕਿ ਜਿਹੜੇ ਸੁਧਾਰ ਲਿਬਰਲ ਸਰਕਾਰ ਵੱਲੋਂ ਅਸਾਰੂ ਦੱਸ ਕੇ ਲਿਆਂਦੇ ਗਏ ਸਨ, ਉਹਨਾਂ ਨਾਲ ਸਗੋਂ ਪੁਲਿਸ ਦੇ ਕੰਮਕਾਰ 'ਚ ਵਿਘਨ ਪਵੇਗਾ। ਇਹ ਐਲਾਨ ਇਸ ਐਕਟ ਨੂੰ ਲਾਗੂ ਕਰਨ ਤੋਂ ਠੀਕ ਇੱਕ ਦਿਨ ਪਹਿਲਾਂ ਕੀਤਾ ਗਿਆ। ਸ਼ੁੱਕਰਵਾਰ ਨੂੰ ਓਨਟਾਰੀਓ ਪੁਲਿਸ ਐਸੋਸੀਏਸ਼ਨ ਨੂੰ ਭੇਜੀ ਇੱਕ ਚਿੱਠੀ ਵਿੱਚ ਪ੍ਰੀਮੀਅਰ ਨੇ ਆਖਿਆ ਕਿ ਨਵੇਂ ਕਾਨੂੰਨ ਜੋ ਕਿ ਪ੍ਰੋਵਿੰਸ ਦੀ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੂੰ ਹੋਰ ਸ਼ਕਤੀਆਂ ਤੇ ਆਪਣਾ ਨਿੱਜੀ ਐਕਟ ਕਾਇਮ ਕਰਨ ਦੀ ਖੁੱਲ੍ਹ ਹੁਣ ਨਹੀਂ ਦੇ ਸਕੇਗਾ। ਯੋਜਨਾ ਮੁਤਾਬਕ ਹੁਣ ਇਸ ਨੂੰ ਲਾਗੂ ਨਹੀਂ ਕੀਤਾ ਜਾਵੇਗਾ। ਇਸ ਦੀ ਥਾਂ ਉੱਤੇ ਫੋਰਡ ਨੇ ਆਖਿਆ ਕਿ ਸਰਕਾਰ ਇਸ ਬਿੱਲ ਦਾ ਨਵੇਂ ਸਿਰੇ ਤੋਂ ਮੁਲਾਂਕਣ ਕਰੇਗੀ ਤੇ ਮਾਹਿਰਾਂ ਦੇ ਨਾਲ ਪੁਲਿਸ ਸਰਵਿਸਿਜ਼ 'ਚ ਜਨਤਾ ਨਾਲ ਵੀ ਸਲਾਹ ਮਸ਼ਵਰਾ ਕਰਨ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇਗਾ। ਇਸ ਅਕਤੂਬਰ ਤੋਂ ਅਲਬਰਟਾ ਕੈਲਗਰੀ ਵਿਚਕਾਰ ਬਹੁਚਰਚਿਤ ਟਰਾਂਸ ਮਾਊਂਟੇਨ ਪਾਈਪਲਾਈਨ ਦੇ ਪ੍ਰਸਾਰ ਦਾ ਕੰਮ ਸ਼ੁਰੂ ਹੋਣ ਜਾ ਰਿਹਾ। ਟਰਾਂਸ ਮਾਊਂਟੇਨ ਪਾਈਪਲਾਈਨ ਇੱਕ ਪ੍ਰੋਜੈਕਟ ਹੀ ਨਹੀਂ, ਬਲਕਿ ਇਹ ਮੌਕਾ ਸੂਬੇ ਅਤੇ ਦੇਸ਼ ਦੇ ਲੋਕਾਂ ਲਈ ਰੋਜ਼ਗਾਰ ਦਾ, ਇਹ ਮੌਕਾ ਹੈ ਜ਼ਿੰਦਗੀ ਨੂੰ ਹੋਰ ਮਜ਼ੇਦਾਰ ਬਣਾਉਣ ਦਾ। ਇਹ ਕਹਿਣਾ ਹੈ ਅਲਬਰਟਾ ਦੀ ਪ੍ਰੀਮੀਅਰ ਰਸ਼ੇਲ ਨੋਟਲੇ ਦਾ। ਰਸ਼ੇਲ ਵੱਲੋਂ ਕੈਲਗਰੀ ਸਟੈਂਪੀਡ ਦੇ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ 'ਚ ਟਰਾਂਸ ਮਾਊਂਟੇਨ ਪਾਈਪਲਾਈਨ ਪ੍ਰੋਜੈਕਟ ਨੂੰ ਲੋਕ ਵਿਸਤਾਰ ਨਾਲ ਜਾਣਕਾਰੀ ਵੀ ਸਾਂਝੀ ਕੀਤੀ ਗਈ। ਦੇਸ਼ 'ਚ ਅੱਧੀ ਦਰਜਨ ਸੂਬਿਆਂ 'ਚ ਬੀਤੇ 72 ਘੰਟਿਆਂ ਦੌਰਾਨ ਗਰਮੀ ਦਾ ਪ੍ਰਕੋਪ ਹੈ, ਜਿਸ ਦੇ ਚੱਲਦਿਆਂ ਮੌਂਟਰੀਅਲ ਸ਼ਹਿਰ 'ਚ ਗਰਮੀ ਅਤੇ ਸਿੱਲੇ ਮੌਸਮ ਨਾਲ 15 ਵਿਅਕਤੀਆਂ ਦੀ ਮੌਤ ਹੋਈ ਹੈ। ਸੀਟੀਵੀ ਦੀ ਰਿਪੋਰਟ ਅਨੁਸਾਰ ਤਾਪਮਾਨ 40 ਡਿਗਰੀ ਤੱਕ ਰਿਕਾਰਡ ਕੀਤਾ ਗਿਆ। ਬੁੱਧਵਾਰ ਨੂੰ ਗਰਮ ਹਵਾ ਅਤੇ ਹਿਊਮਿਡਿਟੀ ਵਾਲੇ ਮੌਸਮ ਕਾਰਨ ਆਮ ਲੋਕਾਂ ਦੇ ਸਾਹ ਸੁਕਾ ਦਿੱਤੇ। ਹਾਲਾਂਕਿ ਮੌਂਟਰੀਅਲ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ। ਸਿਹਤ ਅਧਿਕਾਰੀਆਂ ਵੱਲੋਂ ਸ਼ਹਿਰ ਵਿੱਚ ਡ੍ਰੌਪ ਇਨ ਕੂਲਿੰਗ ਸੈਂਟਰ ਸਥਾਪਿਤ ਕੀਤੇ ਜਾ ਰਹੇ ਨੇ ਤਾਂ ਜੋ ਗਰਮ ਤਾਪਮਾਨ ਤੋਂ ਰਾਹਤ ਮਿਲੇ। ਓਟਾਵਾ ਵਿੱਚ ਕੈਨੇਡਾ ਡੇ ਵਾਲੇ ਦਿਨ ਸਭ ਤੋਂ ਵੱਧ 47 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੀ। ਟੋਰਾਂਟੋ ਦੇ ਮੈਡੀਕਲ ਅਫਸਰ ਆਫ ਹੈਲਥ ਨੇ ਸ਼ਹਿਰ ਦੀ ਗਰਮੀ ਦੀ ਚੇਤਾਵਨੀ ਦਿੱਤੀ ਹੈ। ਸ਼ਹਿਰ ਦੇ ਆਪਣੇ ਪੂਲ ਘੰਟਿਆਂ ਨੂੰ ਵਧਾ ਦਿੱਤਾ ਹੈ ਅਤੇ ਇਸ ਦੇ 7 ਕੂਲਿੰਗ ਕੇਂਦਰਾਂ ਨੂੰ ਵੀ ਖੋਲ੍ਹਿਆ ਗਿਆ, ਜੋ ਕਿ ਏਅਰ ਕੰਡੀਸ਼ਨਰ, ਸਪੇਸ ਤੇ ਕੋਲਡ ਡਰਿੰਕਸ ਆਦਿ ਪ੍ਰਦਾਨ ਕਰਦੇ ਨੇ। ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਵਿੱਚ ਤਾਪਮਾਨ ਪਿਛਲੇ ਸ਼ੁੱਕਰਵਾਰ ਤੋਂ 30 ਡਿਗਰੀ ਤੋਂ ਜ਼ਿਆਦਾ ਹੈ। ਐਨਡੀਪੀ ਦੇ ਇੰਟਰਨੈਸ਼ਨਲ ਹਿਊਮਨ ਰਾਈਟਸ ਕ੍ਰਿਟਿਕ ਚੈਰਿਲ ਹਾਡਕਾਲਸ ਨੇ ਇੱਕ ਬਿਆਨ ਜਾਰੀ ਕਰਕੇ ਅਫਗਾਨਿਸਤਾਨ ਵਿੱਚ ਘੱਟ ਗਿਣਤੀ ਸਿੱਖ ਅਤੇ ਹਿੰਦੂ ਕਮਿਊਨਿਟੀਜ਼ ਉੱਤੇ ਹੋਏ ਆਤਮਘਾਤੀ ਹਮਲੇ ਦੀ ਨਿਖੇਧੀ ਕੀਤੀ ਹੈ। ਇਸ ਬਿਆਨ ਵਿੱਚ ਆਖਿਆ ਗਿਆ ਕਿ ਸਾਰੇ ਕੈਨੇਡੀਅਨਾਂ ਵਾਂਗ ਨਿਊ ਡੈਮੋਕ੍ਰੇਟਿਕ ਵੀ ਅਫਗਾਨ ਵਿੱਚ ਧਾਰਮਿਕ ਘੱਟ ਗਿਣਤੀਆਂ ਉੱਤੇ ISIS ਅੱਤਵਾਦੀਆਂ ਵੱਲੋਂ ਕੀਤੇ ਹਮਲੇ ਤੋਂ ਹੈਰਾਨ ਹੈ। ਹਸਪਤਾਲ ਦੇ ਅਧਿਕਾਰੀਆਂ ਵੱਲੋਂ ਹਾਸਲ ਹੋਈਆਂ ਰਿਪੋਰਟਾਂ ਅਨੁਸਾਰ ਇਸ ਹਫ਼ਤੇ ਦੇ ਸ਼ੁਰੂ ਵਿੱਚ ISIS ਵੱਲੋਂ ਕੀਤੇ ਹਮਲੇ ਵਿੱਚ ਸਿੱਖ ਅਤੇ ਹਿੰਦੂ ਕਮਿਊਨਿਟੀਜ਼ ਦੇ 19 ਮੈਂਬਰ ਮਾਰੇ ਗਏ। ਇਸ ਤਰ੍ਹਾਂ ਦੇ ਹਮਲੇ ਅਫਗਾਨਿਸਤਾਨ ਵਿੱਚ ਨਾ ਸਿਰਫ ਘੱਟ ਗਿਣਤੀਆਂ ਸਿੱਖਾਂ ਤੇ ਹਿੰਦੂਆਂ ਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੈ, ਸਗੋਂ ਹੋਰਨਾਂ ਘੱਟ ਗਿਣਤੀਆਂ ਨੂੰ ਵੀ ਉੱਥੇ ਖਤਰਾ ਹੈ। ਇੱਥੋਂ ਇਸ ਦਾ ਸਾਫ਼ ਪਤਾ ਲੱਗਦਾ ਹੈ ਕਿ ਅਫਗਾਨਿਸਤਾਨ ਵਿੱਚ ਧਾਰਮਿਕ ਘੱਟ ਗਿਣਤੀਆਂ ਵੱਲੋਂ ਕਈ ਦਹਾਕਿਆਂ ਤੋਂ ਸਹੀ ਜਾ ਰਹੀ ਹਿੰਸਾ ਦੇ ਪੱਖਪਾਤ ਤੋਂ ਬਾਅਦ ਹੁਣ ਉਹਨਾਂ ਉੱਤੇ ਜਾਨਲੇਵਾ ਹਮਲੇ ਸ਼ੁਰੂ ਹੋ ਗਏ ਨੇ। ਇਨ ਤੋਂ ਡਰਦਿਆਂ ਕਈ ਘੱਟ ਗਿਣਤੀ ਮੈਂਬਰ ਦੇਸ਼ ਵੀ ਛੱਡ ਚੁੱਕੇ ਨੇ। ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ 1 ਜੁਲਾਈ 2018 ਨੂੰ ਜਲਾਲਾਬਾਦ, ਅਫਗਾਨਿਸਤਾਨ ਵਿੱਚ 19 ਸਿੱਖਾਂ ਤੇ ਹਿੰਦੂਆਂ ਦੇ ਕੀਤੇ ਗਏ ਕਤਲ ਦੀ ਨਿਖੇਧੀ ਕੀਤੀ ਗਈ ਹੈ। CIF ਵੱਲੋਂ ਇਸ ਗੁਹਾਰ ਲਗਾਈ ਗਈ ਹੈ ਕਿ ਅਫਗਾਨਿਸਤਾਨ ਤੇ ਪਾਕਿਸਤਾਨ ਵੱਲੋਂ ਘੱਟ ਗਿਣਤੀ ਸਿੱਖ ਤੇ ਹਿੰਦੂ ਕਮਿਊਨਿਟੀ ਮੈਂਬਰਾਂ ਨੂੰ ਕੈਨੇਡਾ ਵਿੱਚ ਰਿਫਿਊਜ਼ ਹੋਣ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਟੋਰਾਂਟੋ ਵਿੱਚ ਜਾਰੀ ਕੀਤੇ ਬਿਆਨ ਵਿੱਚ CIF ਦੇ ਚੇਅਰ ਅਜੀਤ ਸੋਮੇਸ਼ਵਰ ਨੇ ਆਖਿਆ ਕਿ ਇਹ ਘਟਨਾ ਅਫਗਾਨਿਸਤਾਨ ਤੇ ਪਾਕਿਸਤਾਨ ਵਿੱਚ ਧਾਰਮਿਕ ਘੱਟ ਗਿਣਤੀਆਂ ਦੇ ਅੱਤਵਾਦੀ ਇਸਲਾਮਿਕ ਤਾਕਤ ਵੱਲੋਂ ਕੀਤੇ ਜਾ ਰਹੇ ਘਾਣ ਦੀ ਜਿਉਂਦੀ ਜਾਗਦੀ ਮਿਸਾਲ ਹੈ। CIF ਵੱਲੋਂ ਇਹ ਬੇਨਤੀ ਕੀਤੀ ਗਈ ਹੈ ਕਿ ਕੈਨੇਡਾ ਨੂੰ ਅਫਗਾਨਿਸਤਾਨ ਤੇ ਪਾਕਿਸਤਾਨ ਵਿਚਲੀਆਂ ਧਾਰਮਿਕ ਘੱਟ ਗਿਣਤੀਆਂ ਦੀ ਜੂਨ ਸੁਧਾਰਨ ਲਈ ਉਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਸੋਮੇਸ਼ਵਰ ਨੇ ਆਖਿਆ ਕਿ ਜਿਵੇਂ ਕੈਨੇਡਾ ਨੇ ਸੀਰੀਆਈ ਰਿਫਿਊਜੀਆਂ ਨੂੰ ਪਨਾਹ ਦਿੱਤੀ ਹੈ, ਉਸੇ ਤਰਜ਼ ਉੱਤੇ ਕੈਨੇਡਾ ਸਰਕਾਰ ਨੂੰ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਸਿੱਖ ਤੇ ਹਿੰਦੂ ਕਮਿਊਨਿਟੀਜ਼ ਨੂੰ ਕੈਨੇਡਾ ਇਮੀਗ੍ਰੇਟ ਹੋਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਨੂੰ ਸੁਰੱਖਿਅਤ, ਤਾਕਤਵਰ, ਸ਼ਾਨਦਾਰ, ਮਹਾਨ ਤੇ ਸੁਤੰਤਰ ਬਣਾਈ ਰੱਖਣ ਲਈ ਦੇਸ਼ ਦੀਆਂ ਫੌਜਾਂ ਦੀ ਪ੍ਰਸ਼ੰਸਾ ਕੀਤੀ ਹੈ। ਇਸ ਦੇ ਨਾਲ ਹੀ ਆਪਣੇ ਜੀਵਨ ਨੂੰ ਖਤਰੇ ਵਿੱਚ ਪਾਉਣ ਦੀ ਤਿਆਰ ਰਹਿਣ ਵਾਲੀ ਅਮਰੀਕੀ ਫੌਜ ਦਾ ਸ਼ੁਕਰੀਆ ਵੀ ਅਦਾ ਕੀਤਾ।
इस दिन इत्थे राष्ट्रीय छुट्टी हुंदी है। ट्रंप ने फौज के परिवारों लिए व्हाइट हाउस में आयोजित पिकनिक दौरान उन्होंने संबोधन करदे कहा है कि 242 साल पहला 4 जुलाई 1776 ਨੂੰ अमेरिका के बानिया ने आज़ादी का ऐलान किया सी ਅਤੇ मनुखी इतिहास ਨੂੰ बदल दिता। इस दौरान ट्रंप नाल उन्हां दी पत्नी भी मौजूद सी। अमेरिकी राष्ट्रपति डोनाल्ड ट्रंप ने पिछले साल अगस्त में ओवल दफ्तर में वेनेजुएला उत्ते पाबंदी लगाउण नूं लैके हुई एक बैठक के अंत में अपने सीनियर सहयोगियों तो एक अजीब जिहा सवाल पुछ के सारिआं नूं हैरान कर दिता। उन्होंने कहा कि अमेरिका वेनेजुएला उत्ते कब्जा ही क्यों नहीं कर देता। बैठक में जानकारी रखने वाले एक सीनियर प्रशासकीय अधिकारी ने इस गुप्त गलबात का खुलासा किया तो उसने यह भी कहा कि उसका नाम भी गुप्त रखा जाए। पंजाब ते विदेशों च रहिंदे पंजाबियों ने एयर इंडिया वालों वड्डा झटका दिता गया। दरअसल एयर इंडिया ने सवेरे चलने वाली दिल्ली अमृतसर उड़ान 12 जुलाई तो 30 सितंबर 2018 तक रद्द कर दी है। ट्रंप प्रशासन H4 वीज़ा धारकों को काम करने तो रोक ते अपने फैसले संबंधी नोटिफिकेशन जारी करने च मुड़ नाकाम रहा है। यह दूजी बार जो ट्रंप प्रशासन डेडलाइन को पार करने तो खुंझिया है। याद रहे कि H4 वीज़ा ज़्यादातर भारतीय प्रोफैशनलों के जीवन साथियों को दिता जाता है जो H1 वीज़ा धारक ने। भारतीय रिजर्व बैंक ने बैंक ऑफ चाइना भारत में अपनी पहली शाखा खोलने की मंजूरी दे दी है। सूत्रों मुताबक BOC ने इस संबंधी जरूरी दस्तावेज भी जारी किए गए हैं। सीरिया के होम्स में अतवादियों ने एक हमले च इस्लामिक स्टेट के सरगना अबू बकर अल बगदादी का मुंडा हुदैफा अल बदरी मार दिता। IS की प्रोपोगंडा एजेंसी अमाक ने बयान में कहा है कि होम्स का थर्मल पावर स्टेशन उत्ते रूस खिलाफ अभियान च अल बदरी की मौत हुई है। भारतीयों लिए एक वड्डी राहत की खबर है कि दरअसल H4 वीज़ा तहत मिलने वाले काम के अधिकार को समाप्त करने ट्रंप सरकार वालों नोटिफिकेशन जारी करने की म्याद खत्म हो गई है। जिक्रयोग है कि H4 वीज़ा अमेरिका च काम करने वाले लोगों के पति पत्नी यानी कि स्पाउस नूं मिलता है। पिछले दिनी अफगानिस्तान के जलालाबाद के पूर्वी शहर में सिखां ते हिंदुओं ते हुए आत्मघाती हमले के बाद उत्थे सिख भारत वाल रुख कर रहे हैं। स्थानक दुकानदार बलदेव सिंह ने दस्सिया कि हमले के बाद कुछ सिखां ने शहर के भारतीय दूतावास में पनाह मंगी है। उन्होंने कहा कि उन्होंने कोल ये विकल्प बचे ने कि पहला अफगानिस्तान छड्ड के भारत रवाना होना तो दूजा इस्लाम धर्म कबूल करना। अफगानिस्तान च होए आत्मघाती हमले की जिम्मेवारी अतवादी संगठन IS ने ली है। जिक्रयोग है कि एतवार को अफगानिस्तान के जलालाबाद में आत्मघाती बम धमाके 20 जणिਆਂ की मौत हुई सी ते तकरीबन 20 जणे जख्मी हुए सन। पश्चिमी आस्ट्रेलिया च शार्क को कुछ खवाउण की कोशिश कर रही एक महिला की उंगली कट के शार्क ने उसनूं जख्मी कर दिता है। मेलिसा बुर्निंग नां की यह महिला मसां ही अपनी जान बचा सकी है। विजय माल्या के लखां के जहाज़ की कखां के भाव नीलामी भारत दी बैंकों का 9,000 करोड़ रुपये लैके भजे शराब कारोबारी विजय माल्या का जैट जहाज़ नीलाम हो गया। यह जहाज़ की विक्री बीते शुक्रवार हुई। इस तो पहला 3 बार इसनूं बेचण की कोशिश की गई सी पर कई कारणों करके नीलामी सिरे नहीं चढ़ सकी। भारतीय औरत लिए ट्रंप प्रशासन खिलाफ आवाज़ चुकन वाली संसद मैंबर गिरफ्तार। ट्रंप प्रशासन की अणमनुखी सीमा नीति खिलाफ रोस प्रदर्शन के चलद्या प्रतिनिधि सभा लिए चुनी गई भारतीय अमरीकी महिला संसद प्रमिला जयपाल को गिरफ्तार किया गया। जिक्रयोग है कि जयपाल ते उन्होंने समूह ने देश भर च जबरदस्त प्रदर्शन की योजना बनाई सी। फ्रांस की कंपनी ते IS नूं पैसे देने समेत लगे कई इल्जाम। फ्रांस की सीमेंट कंपनी लाफाज के मानवता खिलाफ अपराध ते अतवादी संगठन को माली सहायता मुहैया करवाने का इल्जाम है कि कंपनी ने इस्लामिक स्टेट सने 2 जिहादी संगठनों को लाखां रुपए दिते ने तां जो जंग दौरान सीरिया च उन्हां दी फैक्टरी चलती रहे। भारत अमेरिका की आपसी वार्ता एक बार फिर टली। भारत ते अमेरिका विचले अगले हफ्ते होने वाली वार्ता अगे पाउण उत्ते अफसोस जाहिर करदे अमेरिका के विदेश मंत्री माइकल R पोम्पियो ने कल रात विदेश मंत्री सुषमा स्वराज नाल गल की। बच्ची ने होमवर्क कापी च लिखा कि जहर दे के खत्म कर देवांगी। ये गल बिल्कुल ठीक है कि बच्चे बहुत मासूम होंदे ने। अक्सर बच्चे पूछे गए सवालों के दिलचस्प जवाब देंदे ने पर कई बार उन्होंने वालों दिते जवाब हैरान कर देने वाले होंदे ने। अजिहा एक मामला ब्रिटेन च सामने आया है। कैलाश और मानसरोवर च अजे भी 1000 भारतीय मदद की उड़ीक कर रहे हैं। तिब्बत के कैलाश मानसरोवर तीर्थ यात्रा तो परत रहे भारतीय श्रद्धालुओं दी मुसीबतां अजे भी खत्म नहीं हुई। खराब मौसम दरमियान नेपाल के पर्वतीय खेत्र में फंसे घट्टो घट्ट 1000 श्रद्धालुओं का उत्थे निकलण का इंतजार जारी है। ट्रूडो और डगफोर्ड सरकार विचकार वधी तकरार ट्वीट हन गवाह। कैनेडा च कार्बन टैक्स को लैके ट्रूडो की लिबरल सरकार ते ओंटारियो सूबे की नवीं चुनी गई डगफोर्ड की सरकार च टकराव पैदा हो गया। हुण लिबरल सरकार ने सूबे को दी जाने वाली बुनियादी ढांचा फंड उत्ते मुड़ विचार करने की गल आखी है क्योंकि ओंटारियो के नवे मुख डगफोर्ड ने कहा कि वह कैनेडा के मशहूर ग्रीन प्रोग्राम को बंद करने जा रहे हैं।
ਗੁਫਾ ਅੰਦਰ ਫਸੇ ਬੱਚਿਆਂ ਨੂੰ ਮਾਪਿਆਂ ਨਾਲ ਮਿਲਾਉਣ ਲਈ ਕਰਮਚਾਰੀ ਲਾ ਰਹੇ ਨੇ ਇਹ ਜੁਗਾੜ। ਥਾਈਲੈਂਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਚਾਅ ਦਲ ਹੜ੍ਹ ਪ੍ਰਭਾਵਿਤ ਗੁਫਾ ਵਿੱਚ ਇੰਟਰਨੈਟ ਕੇਬਲ ਲਾਉਣ ਦੀ ਕੋਸ਼ਿਸ਼ 'ਚ ਜੁਟਿਆ ਹੋਇਆ ਤਾਂ ਜੋ ਬੱਚੇ ਆਪਣੇ ਮਾਂ-ਬਾਪ ਦੇ ਨਾਲ ਗੱਲਬਾਤ ਕਰ ਸਕਣ। ਉਹਨਾਂ ਕੇ ਕਰਮਚਾਰੀ ਗੁਫਾ 'ਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਪਾਣੀ ਦਾ ਪੱਧਰ ਘੱਟ ਕਰਕੇ ਫੁੱਟਬਾਲ ਟੀਮ ਦੇ 12 ਖਿਡਾਰੀਆਂ ਤੇ ਕੋਚ ਨੂੰ ਕੱਢਿਆ ਜਾ ਸਕੇ। ਪਾਕਿਸਤਾਨ 'ਚ ਵਾਪਰਿਆ ਸੜਕ ਹਾਦਸਾ, 6 ਲੋਕਾਂ ਦੀ ਮੌਤ। ਪਾਕਿਸਤਾਨ ਦੇ ਰਹੀਮ ਯਾਰ ਖਾਨ ਜ਼ਿਲ੍ਹੇ 'ਚ ਫਤਿਹਪੁਰ ਨੇੜੇ ਵੀਰਵਾਰ ਨੂੰ ਇੱਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਘੱਟੋ-ਘੱਟ 6 ਲੋਕ ਮਾਰੇ ਗਏ ਤੇ 15 ਜ਼ਖਮੀ ਹੋਏ ਨੇ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਰਾਸ਼ਟਰੀ ਹਾਈਵੇ ਉੱਤੇ ਇੱਕ ਬੱਸ ਤੇ ਟਰੱਕ ਵਿਚਕਾਰ ਟੱਕਰ ਹੋ ਗਈ। ਚੀਨ ਦਾ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਪਾਇਲਟ ਦੀ ਮੌਤ। ਚੀਨ ਦੇ ਦੱਖਣੀ ਹੈਨਾਨ ਸੂਬੇ 'ਚ ਅਭਿਆਸ ਦੌਰਾਨ ਜ਼ਮੀਨ ਅਤੇ ਪਾਣੀ ਦੋਹਾਂ ਦੇ ਉਤਰਨ ਵਿੱਚ ਸਮਰਥ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਕਾਰਨ ਇੱਕ ਪਾਇਲਟ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਲਾਪਤਾ ਹੈ। ਅਧਿਕਾਰੀ ਨੇ ਦੱਸਿਆ ਕਿ ਏਰੋ ਟੂਰ ਕੰਪਨੀ ਦੇ ਮਈਆ ਏਅਰ ਦਾ ਜਹਾਜ਼ ਕੱਲ੍ਹ ਵੈਨਿੰਗ ਸ਼ਹਿਰ ਵਿੱਚ ਇੱਕ ਤਲਾਬ 'ਚ ਡਿੱਗ ਪਿਆ। ਸਮੁੰਦਰ 'ਚ ਲਾਪਤਾ ਹੋਈ ਮਹਿਲਾ 18 ਮਹੀਨੇ ਬਾਅਦ ਮਿਲੀ ਜ਼ਿੰਦਾ। ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਜਿਸ ਨੂੰ ਰੱਬ ਰੱਖੇ ਉਸ ਦਾ ਮੌਤ ਵੀ ਕੁਝ ਨਹੀਂ ਵਿਗਾੜ ਸਕਦੀ। ਅਜਿਹਾ ਇੱਕ ਮਾਮਲਾ ਇੰਡੋਨੇਸ਼ੀਆ 'ਚ ਸਾਹਮਣੇ ਆਇਆ। ਇੰਡੋਨੇਸ਼ੀਆ 'ਚ ਇੱਕ ਮਹਿਲਾ ਸਮੁੰਦਰ ਦੀਆਂ ਲਹਿਰਾਂ ਵਿੱਚ ਰੁੜ ਗਈ। ਉਸ ਦੀ ਤਲਾਸ਼ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਆਖਰਕਾਰ 18 ਮਹੀਨਿਆਂ ਦੇ ਬਾਅਦ ਮਹਿਲਾ ਉਸ ਬੀਚ ਉੱਤੇ ਜਿਉਂਦੀ ਪਾਈ ਗਈ। ਅਮਰੀਕਾ ਦੇ ਬਰੁਕਲਿਨ ਸ਼ਹਿਰ ਦੇ ਵਿੱਚ ਸਾਲਾਨਾ ਨਾਥਜ਼ ਹੌਟ ਡੌਗ ਈਟਿੰਗ ਮੁਕਾਬਲਾ ਹੋਇਆ ਜਿਸ 'ਚ ਜੋਏ ਕੈਸਟਨ ਨਾਂ ਦੇ ਵਿਅਕਤੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਸ਼ਵ ਰਿਕਾਰਡ ਬਣਾਇਆ ਅਤੇ ਉਹ ਸੋਸ਼ਲ ਮੀਡੀਆ ਤੇ ਕਾਫੀ ਛਾਇਆ ਹੋਇਆ। ਨਸ਼ੇੜੀਆਂ ਨੂੰ ਹੁਣ ਨਹੀਂ ਮਿਲੇਗੀ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਅਤੇ ਤਰੱਕੀ। ਪੰਜਾਬ ਸਰਕਾਰ ਨੇ ਨਵੀਂ ਭਰਤੀ ਅਤੇ ਪਹਿਲਾਂ ਤੋਂ ਤਾਇਨਾਤ ਮੁਲਾਜ਼ਮਾਂ ਦੀ ਤਰੱਕੀ ਲਈ ਡੋਪ ਟੈਸਟ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਹੈ। ਕੈਪਟਨ ਸਰਕਾਰ ਦਾ ਇਹ ਫੈਸਲਾ ਪੁਲਿਸ ਸਮੇਤ ਹਰ ਸਰਕਾਰੀ ਵਿਭਾਗ ਦੇ ਮੁਲਾਜ਼ਮਾਂ ਉੱਤੇ ਲਾਗੂ ਹੋਵੇਗਾ। ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਲਾਇਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਭੱਠਲ ਨੂੰ ਕੈਬਨਿਟ ਦਾ ਰੈਂਕ ਦਿੱਤਾ ਗਿਆ ਹੈ। ਇਹ ਅਹੁਦਾ ਬੀਜੇਪੀ ਦੇ ਰਜਿੰਦਰ ਭੰਡਾਰੀ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਇਆ ਸੀ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਬਹੁਤ ਚਰਚਿਤ ਜਲ ਬੱਸ ਨੀਲਾਮ ਹੋਣ ਜਾ ਰਹੀ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਹੈ ਕਿ ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਨੀਲਾਮ ਹੋਵੇਗੀ ਕਿਉਂਕਿ ਇਸ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਇਆ। ਗੋਆ ਜਾਂ ਕਿਸੇ ਹੋਰ ਥਾਂ ਜਾ ਕੇ ਬੱਸ ਦੀ ਨੀਲਾਮੀ ਕੀਤੀ ਜਾਏਗੀ। ਅਕਾਲੀ ਦਲ ਦੇ ਲੀਡਰ ਸਿਕੰਦਰ ਸਿੰਘ ਮਲੂਕਾ ਨੇ ਇਲਜ਼ਾਮ ਲਾਇਆ ਕਿ ਪੰਜਾਬ ਸਰਕਾਰ ਨੇ ਰਾਤੋਂ ਰਾਤ ਇਨਕੁਆਇਰੀ ਮਾਰ ਕਰਕੇ ਬਿਨਾਂ ਕਿਸੇ ਸੁਣਵਾਈ ਦਿਆਲ ਸਿੰਘ ਕੋਲਾਵਾਲੀਆਂ ਖਿਲਾਫ ਪਰਚਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਕੋਲਾਵਾਲੀ ਨੂੰ ਵਿਜੀਲੈਂਸ ਵੱਲੋਂ ਕੋਈ ਮੌਕਾ ਨਹੀਂ ਦਿੱਤਾ ਗਿਆ। ਪੰਜਾਬ ਦੇ ਵਿੱਚ ਰੋਜ਼ਾਨਾ ਨਸ਼ਿਆਂ ਕਾਰਨ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਪਰ ਸਰਕਾਰ ਦਾ ਦਾਅਵਾ ਹੈ ਕਿ ਨਸ਼ੇ ਨਾਲ ਅਜੇ ਇੱਕ ਮੌਤ ਹੀ ਹੋਈ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਡਰੱਗ ਓਵਰਡੋਜ਼ ਨਾਲ ਪੰਜਾਬ ਦੇ ਵਿੱਚ ਸਿਰਫ ਇੱਕ ਨੌਜਵਾਨ ਦੀ ਜ਼ਿੰਦਗੀ ਗਈ ਹੈ। ਬ੍ਰਹਮ ਮਹਿੰਦਰਾ ਨੇ ਹੈਰਾਨੀਜਨਕ ਦਾਅਵਾ ਕੀਤਾ ਹੈ ਕਿ ਡਰੱਗ ਓਵਰਡੋਜ਼ ਨਾਲ ਪੰਜਾਬ ਦੇ ਵਿੱਚ ਸਿਰਫ ਇੱਕ ਨੌਜਵਾਨ ਦੀ ਮੌਤ ਹੋਈ ਹੈ। ਬਾਕੀ ਮੌਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਮੁਤਾਬਕ ਸਿਰਫ ਇੱਕ ਨੌਜਵਾਨ ਨਸ਼ੇ ਕਾਰਨ ਮਰਿਆ ਹੈ। ਮਾਈਨਿੰਗ ਅਤੇ ਇਰੀਗੇਸ਼ਨ ਮੰਤਰੀ ਸੁਖਵਿੰਦਰ ਸਰਕਾਰੀਆ ਨੇ ਕਿਹਾ ਕਿ ਪੰਜਾਬ ਵਿੱਚ ਮਾਈਨਿੰਗ ਕਾਰਪੋਰੇਸ਼ਨ ਨਹੀਂ ਬਣੇਗਾ। ਸਿੱਧੂ ਨੇ ਰਿਪੋਰਟ ਦੇ ਵਿੱਚ ਮਾਈਨਿੰਗ ਕਾਰਪੋਰੇਸ਼ਨ ਬਣਾ ਕੇ ਨਜਾਇਜ਼ ਮਾਈਨਿੰਗ ਰੋਕਣ ਦੀ ਸਿਫਾਰਿਸ਼ ਕੀਤੀ ਸੀ। ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ਬਾਦਲ ਉੱਤੇ ਗੰਭੀਰ ਸਵਾਲ ਚੁੱਕੇ ਨੇ। ਉਹਨਾਂ ਕਿਹਾ ਕਿ ਡੇਰਾ ਪ੍ਰੇਮੀਆਂ ਨੇ ਸਰਕਾਰੀ ਗੱਡੀਆਂ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਨਸ਼ੇ ਫੈਲਾਉਣ ਲਈ ਜ਼ਿੰਮੇਵਾਰ ਸਮਝੇ ਗਏ ਫਿਰੋਜ਼ਪੁਰ ਦੇ ਡੀਐਸਪੀ ਦਲਜੀਤ ਸਿੰਘ ਢਿੱਲੋਂ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਕੈਪਟਨ ਸਰਕਾਰ ਨੇ ਇੱਕ ਸਖਤ ਸੁਨੇਹਾ ਦਿੱਤਾ ਹੈ। ਇਸ ਦੌਰਾਨ ਕੈਪਟਨ ਸਰਕਾਰ ਨੇ ਨਸ਼ਿਆਂ ਦੇ ਇਲਜ਼ਾਮ ਕਾਰਨ ਮੋਗਾ ਦੇ ਸੀਨੀਅਰ ਪੁਲਿਸ ਕਪਤਾਨ ਰਾਜਜੀਤ ਸਿੰਘ ਦੀ ਵੀ ਬਦਲੀ ਕਰ ਦਿੱਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਤੀਤ ਨੂੰ ਭੁਲਾ ਕੇ ਸਾਨੂੰ ਸਭ ਨੂੰ ਨਸ਼ਿਆਂ ਖਿਲਾਫ ਇਕਜੁੱਟ ਹੋਣ ਦੀ ਲੋੜ ਹੈ। ਸੁਖਬੀਰ ਬਾਦਲ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਪੰਜਾਬ ਦੇ ਵਿੱਚ ਆਏ ਦਿਨ ਨਸ਼ਿਆਂ ਕਾਰਨ ਨੌਜਵਾਨਾਂ ਦੀ ਮੌਤਾਂ ਹੋ ਰਹੀਆਂ ਨੇ। ਰਾਸ਼ਟਰੀ ਸਿੱਖ ਸੰਗਤ ਦੇ ਸੂਬਾ ਪ੍ਰਧਾਨ ਰੁਲਦਾ ਸਿੰਘ ਕਤਲ ਮਾਮਲੇ ਵਿੱਚ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿੱਚ ਅੱਜ ਪਟਿਆਲਾ ਦੀ ਮਾਣਯੋਗ ਅਦਾਲਤ ਵਿੱਚ ਧਰਮਿੰਦਰ ਪੋਲ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਫਗਾਨਿਸਤਾਨ ਵਿੱਚ ਬੀਤੇ ਦਿਨੀ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸਿੱਖਾਂ ਅਤੇ ਹੋਰਨਾਂ ਉੱਤੇ ਕੀਤੇ ਗਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਖਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਉੱਤੇ ਹੋਏ ਹਮਲੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ। ਮੁੱਖ ਮੰਤਰੀ ਨੇ ਅਕਸ਼ੇ ਸ਼ਰਮਾ ਨਾਲ ਫੋਨ ਉੱਤੇ ਗੱਲਬਾਤ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਆਖਰੀ ਵਰ੍ਹਾ ਹੋਣ ਕਾਰਨ ਮੋਦੀ ਸਰਕਾਰ ਨੇ ਝੋਨੇ ਦੇ ਭਾਅ ਦੇ ਵਿੱਚ ਰਿਕਾਰਡ 200 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ, ਪਰ ਆਮ ਆਦਮੀ ਪਾਰਟੀ ਨੇ ਇਸ ਨੂੰ ਨਿਗੁਣਾ ਕਰਾਰ ਦਿੱਤਾ ਹੈ। ਆਪ ਨੇ ਇਸ ਵਾਧੇ ਨੂੰ ਫਸਲਾਂ ਪਾਲਣ ਵਾਲੀਆਂ ਜ਼ਮੀਨੀ ਹਕੀਕਤਾਂ ਤੋਂ ਦੂਰ ਦੱਸਿਆ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਮੁੱਖ ਫਸਲ ਝੋਨੇ ਸਮੇਤ 14 ਫਸਲਾਂ ਉੱਤੇ ਘੱਟੋ-ਘੱਟ ਸਮਰਥਨ ਮੁੱਲ ਦੇ ਵਿੱਚ ਕੀਤੇ ਵਾਧੇ ਨੂੰ ਕਿਸਾਨਾਂ ਨੇ ਰੱਦ ਕਰ ਦਿੱਤਾ ਹੈ। ਕਿਸਾਨਾਂ ਨੇ ਇਸ ਵਾਧੇ ਨੂੰ ਨਿਗੁਣਾ ਕਰਾਰ ਦਿੰਦਿਆਂ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ। ਲੁਧਿਆਣਾ ਦੀ ਲੋਹਾਰਾ ਰੋਡ ਉੱਤੇ ਬਾਪੂ ਮਾਰਕੀਟ ਵਿੱਚ ਦੋਵੇਂ ਭਰਾ ਨਸ਼ਾ ਲੈ ਕੇ ਆ ਰਹੇ ਸਨ ਤਾਂ ਉਹਨਾਂ ਦੀ ਹਾਲਤ ਖਰਾਬ ਹੋ ਗਈ। ਜਸਵੀਰ ਸਿੰਘ ਦੀ ਮੌਕੇ ਉੱਤੇ ਮੌਤ ਹੋ ਗਈ, ਜਦੋਂ ਕਿ 30 ਸਾਲਾ ਜੱਗਾ ਦੀ ਹਾਲਤ ਗੰਭੀਰ ਹੈ। ਉਸ ਦਾ ਇਲਾਜ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਚੱਲ ਰਿਹਾ ਹੈ। ਇੱਕ ਪਾਸੇ ਕੇਂਦਰ ਸਰਕਾਰ GST ਲਾਗੂ ਹੋਣ ਦੇ 1 ਸਾਲ ਪੂਰਾ ਹੋਣ ਨੂੰ ਉਪਲਬਧੀ ਦੇ ਸਾਲ ਵਜੋਂ ਮਨਾ ਰਹੀ ਹੈ, ਤਾਂ ਦੂਜੇ ਪਾਸੇ ਲੁਧਿਆਣਾ ਵਿੱਚ GST ਦੀ ਬੋਗਸ ਬਿਲਿੰਗ ਦੇ ਜ਼ਰੀਏ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਡਾਇਰੈਕਟਰ ਜਨਰਲ ਆਫ GST ਇੰਟੈਲੀਜੈਂਸ ਨੇ ਮੰਡੀ ਗੋਬਿੰਦਗੜ੍ਹ ਦੇ ਘਪਲੇ ਦੇ ਮੁੱਖ ਦੋਸ਼ੀ ਸੇਮੀਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਹਿਰ ਦੇ ਭੜੋਲੀ ਰੇਲਵੇ ਸਟੇਸ਼ਨ ਦੇ ਮਾਸਟਰ ਨੂੰ ਪਠਾਨਕੋਟ, ਅੰਮ੍ਰਿਤਸਰ ਤੇ ਫਿਰੋਜ਼ਪੁਰ ਰੇਲਵੇ ਸਟੇਸ਼ਨਾਂ ਦੇ ਨਾਲ ਹੋਰ ਵੀ ਵੱਡੇ ਸਟੇਸ਼ਨਾਂ ਉੱਤੇ ਬੰਬ ਧਮਾਕਿਆਂ ਦੀ ਧਮਕੀ ਵਾਲਾ ਪੱਤਰ ਮਿਲਿਆ ਹੈ। ਇਸ ਦੇ ਇਲਾਵਾ ਪੱਤਰ ਦੇ ਵਿੱਚ ਅਮਰਨਾਥ ਯਾਤਰੀਆਂ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਗੱਲ ਲਿਖੀ ਗਈ ਹੈ। ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੇ 5 ਵਿਅਕਤੀਆਂ ਨੂੰ ਪੌਣੇ 15 ਕਿਲੋ ਹੈਰੋਇਨ ਅਤੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ। ਇਹਨਾਂ ਤਸਕਰਾਂ ਦੇ ਵਿੱਚ BSF ਦੇ ਕਾਂਸਟੇਬਲ ਤੋਂ ਇਲਾਵਾ ਸੇਵਾ ਮੁਕਤ ਫੌਜੀ ਵੀ ਸ਼ਾਮਲ ਨੇ। ਸ਼ਹਿਰ ਵਿੱਚ ਅੱਜ ਸਵੇਰੇ ਅੱਗ ਦਾ ਤਾਂਡਵ ਦੇਖਣ ਨੂੰ ਮਿਲਿਆ, ਜਦੋਂ ਬੇਕਾਬੂ ਅੱਗ ਨੇ ਸੁਲੇਖਾ ਨਿਟ ਫੇਬ ਨਾਂ ਦੀ ਕੱਪੜੇ ਦੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਲਾਂਕਿ ਫੈਕਟਰੀ ਮਾਲਕ ਨੁਕਸਾਨ ਦਾ ਅੰਦਾਜ਼ਾ ਲਗਾ ਰਹੇ ਨੇ, ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ 1.5 ਤੋਂ 2 ਕਰੋੜ ਰੁਪਏ ਦਾ ਸਮਾਨ ਸੜ ਕੇ ਸੁਆਹ ਹੋਇਆ ਹੈ। ਗੁਰਦਾਸਪੁਰ ਜੇਲ੍ਹ ਵਿੱਚ ਕੈਦੀਆਂ ਦੇ ਆਪਸ ਵਿੱਚ ਭਿੜਨ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਕ ਇਸ ਦੌਰਾਨ ਇੱਕ ਕੈਦੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ, ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਨਸ਼ਿਆਂ ਦੇ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਮਨਾਏ ਜਾ ਰਹੇ ਕਾਲੇ ਹਫ਼ਤੇ ਦੌਰਾਨ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਸ਼ੌਕੀ ਫਰਮ ਵੈਲਫੇਅਰ ਐਸੋਸੀਏਸ਼ਨ ਵੱਲੋਂ ਰਮੇਸ਼ ਲਖਨਪਾਲ ਅਤੇ ਉਹਨਾਂ ਦੀ ਟੀਮ ਦੇ ਸਹਿਯੋਗ ਦੇ ਨਾਲ ਸ਼ਿਵਾਨੀ ਪਾਰਕ ਤੋਂ ਗੁਰਦੁਆਰਾ ਸਾਹਿਬ ਤੱਕ ਜਾਗਰੂਕਤਾ ਰੈਲੀ ਕੱਢੀ ਗਈ। ਬਠਿੰਡਾ ਤੋਂ ਕੇਂਦਰੀ ਜਲ ਕਮਿਸ਼ਨ ਨੇ ਹੁਣ ਸਤਲੁਜ ਬਿਆਸ ਦੇ ਪਾਣੀਆਂ ਨੂੰ ਕਲੀਨ ਚਿੱਟ ਦਿੱਤੀ ਹੈ, ਜਿਨ੍ਹਾਂ ਵਿੱਚ ਥੋੜਾ ਸਮਾਂ ਪਹਿਲਾਂ ਵੱਡੀ ਗਿਣਤੀ ਵਿੱਚ ਜੀਵ ਜੰਤੂ ਮਰ ਗਏ ਸਨ। ਇਹ ਜੀਵ ਜੰਤੂ ਚੱਡਾ ਸ਼ੂਗਰ ਮਿਲ ਵੱਲੋਂ ਦਰਿਆ ਦੇ ਵਿੱਚ ਸਿਰਾ ਸੁੱਟਣ ਕਾਰਨ ਮਰੇ ਸੀ। 20 ਅੰਤਰਰਾਸ਼ਟਰੀ ਮੈਚ ਵਿੱਚ ਸੈਂਕੜੇ ਜੜਨ ਵਾਲੇ ਪ੍ਰਤਿਭਾਸ਼ਾਲੀ ਭਾਰਤੀ ਬੱਲੇਬਾਜ਼ ਲੋਕੇਸ਼ ਰਾਹੁਲ ਲਈ ਇਹ ਸੈਂਕੜਾ ਕਾਫੀ ਅਹਿਮੀਅਤ ਰੱਖਦਾ ਹੈ, ਕਿਉਂਕਿ ਕਾਫੀ ਲੰਮੇ ਸਮੇਂ ਤੋਂ ਅੰਤਰਰਾਸ਼ਟਰੀ ਪੱਧਰ ਉੱਤੇ ਸੈਂਕੜੇ ਦੇ ਸੌਕੇ ਦੀ ਗੱਲ ਉਹਨਾਂ ਦੇ ਦਿਮਾਗ ਦੇ ਵਿੱਚ ਚੱਲ ਰਹੀ ਸੀ। ਮੌਜੂਦਾ ਦੌਰ ਉੱਤੇ ਕਈ ਸਾਬਕਾ ਖਿਡਾਰੀਆਂ ਦੇ ਬੇਟੇ ਟੀਮ ਇੰਡੀਆ ਵਿੱਚ ਜਗ੍ਹਾ ਪਾਲਣ ਲਈ ਮਿਹਨਤ ਕਰ ਰਹੇ ਨੇ। ਸਚਿਨ ਤੰਦੂਲਕਰ ਦੇ ਬੇਟੇ ਅਰਜਨ ਅੱਜ ਦਿਨ ਸੁਰਖੀਆਂ ਵਿੱਚ ਛਾਏ ਰਹਿੰਦੇ ਨੇ, ਪਰ ਇੱਕ ਹੋਰ ਸਾਬਕਾ ਖਿਡਾਰੀ ਦਾ ਬੇਟਾ ਇਨ੍ਹਾਂ ਦਿਨਾਂ ਵਿੱਚ ਖੂਬ ਮਿਹਨਤ ਕਰ ਰਿਹਾ ਹੈ। ਉਸ ਦਾ ਸੁਪਨਾ ਵੀ ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣਾ ਹੈ। 7 ਸਾਲਾਨਾ ਲੈਗ ਸਪਿਨਰ ਏਲੀ ਮਾਈਕਲ ਖਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਏਲੀ ਮਾਈਕਲ ਦਾ ਕਹਿਣਾ ਹੈ ਕਿ ਉਹ ਅਗਲੇ ਸ਼ੇਨ ਵਾਨ ਬਣਨਾ ਚਾਹੁੰਦੇ ਨੇ। ਖਾਨ ਦੇ ਫੈਨਸ ਨੇ ਉਹਨਾਂ ਦੇ ਇਸ ਹੁਨਰ ਨੂੰ ਦੇਖਿਆ ਹੈ। ਇੰਨਾ ਹੀ ਨਹੀਂ, ਖੁਦ ਸਪਿਨ ਸ਼ੇਨ ਵਾਨ ਵੀ ਇਸ ਯੁਵਾ ਪ੍ਰਤਿਭਾ ਨੂੰ ਦੇਖ ਕੇ ਹੈਰਾਨ ਨੇ। ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਨੂੰ 4 ਸਾਲਾਂ ਦੇ ਵਿੱਚ ਪਹਿਲੀ ਵਾਰ ਹਾਰ ਦਾ ਮੂੰਹ ਵੇਖਣਾ ਪਿਆ, ਜਦਕਿ ਹਮਵਤਨ ਬਜਰੰਗ ਪੂਨੀਆ ਅਤੇ ਦੀਪਕ ਉੱਤੇ ਤਬਲੀਸੀ ਗ੍ਰਾ ਪ੍ਰਿਆ ਦੇ ਵਿੱਚ ਕੁਆਰਟਰ ਫਾਈਨਲ ਦੇ ਵਿੱਚ ਪਹੁੰਚ ਗਏ ਨੇ। ਸੁਸ਼ੀਲ ਨੂੰ 74 ਕਿਲੋਗ੍ਰਾਮ ਵਜਨ ਵਰਗ ਵਿੱਚ ਪੋਲੈਂਡ ਦੇ ਪਹਿਲਵਾਨ ਅਦਰੇਜ਼ ਤੋਂ 4-8 ਨਾਲ ਹਾਰ ਮਿਲੀ ਹੈ। ਨਾਡਾ ਦੇ ਡੋਪਿੰਗ ਰੋਕੂ ਅਨੁਸ਼ਾਸਨ ਪੈਨਲ ਨੇ ਸ਼ਾਟ ਪੁੱਟ ਐਥਲੀਟ ਇੰਦਰਜੀਤ ਸਿੰਘ ਉੱਤੇ 2016 ਰੀਓ ਓਲੰਪਿਕ ਖੇਡਾਂ ਤੋਂ ਪਹਿਲਾਂ ਹੋਏ ਡੋਪਿੰਗ ਟੈਸਟ ਵਿੱਚ ਸਫਲ ਹੋਣ ਲਈ ਬੁੱਧਵਾਰ ਨੂੰ 4 ਸਾਲਾਂ ਦੀ ਪਾਬੰਦੀ ਲਾਈ ਹੈ। ਓਲੰਪਿਕ ਦੇ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ PV ਸਿੰਧੂ ਇੰਡੋਨੇਸ਼ੀਆ ਓਪਨ ਦੇ ਮਹਿਲਾ ਸਿੰਗਲ ਦੇ ਵਿੱਚ ਰੋਮਾਂਚਕ ਜਿੱਤ ਦਾ ਦਰਜ ਕਰਕੇ ਪ੍ਰੀ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਸਿੰਧੂ ਨੇ ਥਾਈਲੈਂਡ ਦੀ ਪੋਰਨਵੀ ਚੋਂਗਾਂਗ ਨੂੰ 21-15 ਅਤੇ 19-21 ਨਾਲ ਹਰਾਇਆ ਸੀ। ਫੀਫਾ ਵਿਸ਼ਵ ਕੱਪ ਦੇ ਦੌਰਾਨ ਵੱਖ-ਵੱਖ ਟੀਮਾਂ ਦੇ ਪ੍ਰਬੰਧਕਾਂ ਵੱਲੋਂ ਫੁੱਟਬਾਲਰਾਂ ਉੱਤੇ ਸਰੀਰਕ ਸੰਬੰਧ ਬਣਾਉਣ ਉੱਤੇ ਰੋਕ ਲਗਾਉਣ ਦੀਆਂ ਖਬਰਾਂ ਖੂਬ ਵਾਇਰਲ ਹੋ ਰਹੀਆਂ ਨੇ। ਹੌਲੀ-ਹੌਲੀ ਕਈ ਟੀਮਾਂ ਦੇ ਕੋਚਾਂ ਨੇ ਇਸ ਦਾ ਵਿਰੋਧ ਕੀਤਾ ਤਾਂ
ਕਈ ਫੁੱਟਬਾਲਰ ਦੱਬੀ ਆਵਾਜ਼ ਦੇ ਵਿੱਚ ਇਸ ਸ਼ਰਤ ਦੀ ਪੁਸ਼ਟੀ ਕਰਦੇ ਵੀ ਨਜ਼ਰ ਆਏ। ਹੁਣ ਇੰਗਲੈਂਡ ਦੇ ਫੁੱਟਬਾਲਰ ਜੇਮੀ ਵਾਰਡੀ ਦੀ ਪਤਨੀ ਰਿਬੇਕਾ ਨੇ ਇਸ ਮੁੱਦੇ ਉੱਤੇ ਆਪਣੀ ਬੇਬਾਕ ਰਾਏ ਦਿੱਤੀ ਹੈ। ਇੰਸੋਲਵੇਂਸੀ ਦੀ ਕਾਰਵਾਈ ਦਾ ਸਾਹਮਣਾ ਕਰ ਰਹੀਆਂ ਕੰਪਨੀਆਂ ਦੇ ਡਿਪਾਜ਼ਿਟਰਸ ਅਤੇ ਘਰ ਖਰੀਦਦਾਰਾਂ ਨੂੰ ਇੱਕ ਨਵੀਂ ਸਹੂਲਤ ਦਿੱਤੀ ਗਈ ਹੈ। ਹੁਣ ਉਹ ਕਮੇਟੀ ਆਫ ਕ੍ਰੈਡੀਟਰਸ ਦੇ ਸਾਹਮਣੇ 3 ਇੰਸੋਲੈਂਸੀ ਪ੍ਰੋਫੈਸ਼ਨਲਜ਼ ਦੇ ਪੈਨਲ 'ਚੋਂ ਆਪਣੀ ਪ੍ਰਤੀਨਿਧੀ ਨੂੰ ਨੋਮੀਨੇਟ ਕਰ ਸਕਣਗੇ। ਰਿਲਾਇੰਸ ਇੰਡਸਟਰੀ ਦੇ ਮਾਲਕ ਮੁਕੇਸ਼ ਅੰਬਾਨੀ ਅਤੇ ਉਹਨਾਂ ਦੇ ਬੇਟੀ ਨੇ ਵੀਰਵਾਰ ਨੂੰ ਜੀਓ ਨੂੰ ਲੈ ਕੇ ਧਮਾਕੇਦਾਰ ਐਲਾਨ ਕੀਤਾ ਹੈ। ਪਿਛਲੇ ਸਾਲ ਰਿਲਾਇੰਸ ਇੰਡਸਟਰੀ ਦੀ ਸਾਲਾਨਾ ਮੀਟਿੰਗ ਵਿੱਚ ਜੀਓ ਫੋਨ ਲਾਂਚ ਕੀਤਾ ਗਿਆ ਸੀ ਅਤੇ ਇਸ ਵਾਰ ਕੰਪਨੀ ਨੇ ਜੀਓ ਫੋਨ 2 ਲਾਂਚ ਕੀਤਾ ਹੈ। ਰਿਲਾਇੰਸ ਇੰਡਸਟਰੀ ਨੇ ਲੋਕਾਂ ਦੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ AGM 2018 ਇਵੈਂਟ ਦੌਰਾਨ ਆਪਣੀ ਜੀਓ ਗੀਗਾ ਫਾਈਬਰ ਬ੍ਰਾਡਬੈਂਡ ਸਰਵਿਸ ਨੂੰ ਅਧਿਕਾਰਤ ਤੌਰ ਉੱਤੇ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਸਰਵਿਸ ਯੂਜ਼ਰਸ ਨੂੰ 1 ਗੀਗਾਬਾਈਟ ਦੀ ਇੰਟਰਨੈਟ ਸਪੀਡ ਦੇਵੇਗੀ। ਇਸ ਨੂੰ ਭਾਰਤ ਵਿੱਚ 15 ਅਗਸਤ ਤੋਂ ਸ਼ੁਰੂ ਹੋਵੇਗਾ। ਐਮਾਜ਼ਨ ਪ੍ਰਾਈਮ ਡੇ ਸੇਲ ਦੇ ਦਿਨ ਦੇਸ਼ ਦੇ 4 ਵੱਡੇ ਸ਼ਹਿਰਾਂ ਵਿੱਚ ਪਹਿਲੀ ਵਾਰ ਆਪਣੇ ਹਾਈਪਰ ਲੋਕਲ ਪ੍ਰਾਈਮ ਨਾਓ ਐਪ ਦਾ ਫਾਇਦਾ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਜ਼ਰੀਏ ਕੰਪਨੀ ਸਮਾਰਟਫੋਨ ਅਤੇ ਖਪਤਕਾਰ ਇਲੈਕਟ੍ਰੋਨਿਕਸ ਸਮੇਤ ਸਾਰੇ ਵਰਗਾਂ ਵਿੱਚ ਸਿਰਫ 2 ਘੰਟਿਆਂ ਵਿੱਚ ਡਿਲੀਵਰੀ ਦੀ ਪੇਸ਼ਕਸ਼ ਕਰੇਗੀ। ਆਧਾਰ ਦੇ ਬਾਇਓਮੈਟ੍ਰਿਕ ਡਾਟਾ ਲਿਆਉਣ ਤੋਂ ਬਾਅਦ ਹੁਣ ਸਰਕਾਰ ਤੁਹਾਡੀ NA ਸੈਂਪਲ ਕਲੈਕਟ ਕਰੇਗੀ। ਇਸ ਲਈ DNA ਬੈਂਕ ਬਣਾਇਆ ਜਾਵੇਗਾ। ਕੈਬਨਿਟ DNA ਨੂੰ ਲੈ ਕੇ ਨਵੇਂ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। DNA ਡਾਟਾ ਬੈਂਕ ਦੇ ਨਾਲ ਲਾਸ਼ਾਂ ਦੀ ਪਹਿਚਾਣ ਅਤੇ ਅਪਰਾਧਿਕ ਮਾਮਲਿਆਂ ਵਿੱਚ ਤਫਤੀਸ਼ ਵਿੱਚ ਮਦਦ ਮਿਲੇਗੀ। ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਰਿਲੇਸ਼ਨ ਕਾਫੀ ਚਰਚਾ ਵਿੱਚ ਬਣਿਆ ਹੋਇਆ ਹੈ। ਦੋਵੇਂ ਇਸ਼ਾਰੇ ਦੇ ਵਿੱਚ ਆਪਣੇ ਰਿਸ਼ਤੇ ਨੂੰ ਸਵੀਕਾਰ ਵੀ ਕਰ ਚੁੱਕੇ ਨੇ। ਰਣਬੀਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਇਹ ਨਵਾਂ ਹੈ, ਪਰ ਆਲੀਆ ਦੇ ਸਾਬਕਾ ਬॉयਫ੍ਰੈਂਡ ਸਿਧਾਰਥ ਮਲਹੋਤਰਾ ਇਸ ਬਾਰੇ ਵੀ ਕੀ ਸੋਚਦੇ ਨੇ, ਇਹ ਜਾਣਨਾ ਦਿਲਚਸਪ ਹੈ। ਮਲਿਕਾ ਸ਼ੇਰਾਵਤ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਭਾਰਤ ਵਿੱਚ G5 ਦੀਆਂ ਆਉਣ ਵਾਲੀਆਂ ਓਰੀਜਨਲ ਸੀਰੀਜ਼ ਦੀ ਸਟੋਰੀ ਦੇ ਇੱਕ ਐਪੀਸੋਡ ਵਿੱਚ ਦਿਖਾਈ ਦੇਵੇਗੀ। ਪ੍ਰਿਯੰਕਾ ਚੋਪੜਾ ਦਾ ਸਟਾਰਡਮ US ਦੇ ਵਿੱਚ ਘੱਟ ਨਹੀਂ ਹੈ। ਹਾਲ ਹੀ ਦੇ ਵਿੱਚ ਜਦੋਂ ਪ੍ਰਿਯੰਕਾ ਆਪਣੇ ਬॉयਫ੍ਰੈਂਡ ਨਿਕ ਜੌਨਸ ਦੇ ਨਾਲ ਡਿਨਰ ਡੇਟ ਉੱਤੇ ਗਈ ਸੀ ਤਾਂ ਇਸ ਦੌਰਾਨ ਪ੍ਰਿਯੰਕਾ ਨੂੰ ਉਹਨਾਂ ਦੀ ਇੱਕ ਫੈਨ ਮਿਲ ਗਈ। ਰੈਸਟੋਰੈਂਟ ਦੇ ਬਾਹਰ ਜਦੋਂ ਪ੍ਰਿਯੰਕਾ ਦੇ ਫੈਨ ਨੇ ਸੈਲਫੀ ਦੀ ਜਿੱਦ ਕੀਤੀ ਤਾਂ ਉਹ ਸੈਲਫੀ ਦੇ ਵਿੱਚ ਇਸ ਤਰ੍ਹਾਂ ਬਿਜ਼ੀ ਹੋ ਗਈ ਕਿ ਕੋਲ ਖੜੇ ਨਿਕ ਨੂੰ ਹੀ ਭੁੱਲ ਗਈ। ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ ਅਤੇ ਉਸਦੇ ਪਤੀ ਅਕਸ਼ੇ ਠੱਕਰ ਅਤੇ ਭਰਾ ਮਰਵਿੰਦਰ ਚਾਵਲਾ ਵੱਲੋਂ ਥਾਣਾ ਸਿਟੀ ਪੁਲਿਸ ਦੇ ਵਿੱਚ 40 ਲੱਖ ਰੁਪਏ ਦੀ ਧੋਖਾਧੜੀ ਮਾਮਲੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਅੰਤਰਿਮ ਜ਼ਮਾਨਤ ਨੂੰ ਲੈ ਕੇ ਬੁੱਧਵਾਰ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਸੁਣਵਾਈ ਹੋਈ। ਇਸ ਦੌਰਾਨ ਦੋਸ਼ੀਆਂ ਖਿਲਾਫ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਮਾਮਲੇ ਦੀ ਫਾਈਲ ਕ੍ਰਾਈਮ ਬਿਊਰੋ ਚੰਡੀਗੜ੍ਹ ਭੇਜ ਦਿੱਤੀ ਗਈ ਹੈ। ਰਣਬੀਰ ਕਪੂਰ ਸਿੰਘ ਦੀ ਫਿਲਮ ਸੰਜੂ ਨੇ ਬਾਕਸ ਆਫਿਸ ਉੱਤੇ ਕਲੈਕਸ਼ਨ ਦਾ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਸੰਜੇ ਦੱਤ ਦੀ ਬਾਇਓਪਿਕ ਬਲਾਕਬਸਟਰ ਫਿਲਮ ਬਣਨ ਜਾ ਰਹੀ ਹੈ। ਇਸ ਫਿਲਮ ਨੇ 5 ਦਿਨਾਂ ਵਿੱਚ 167.51 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਨੇ ਸ਼ੁੱਕਰਵਾਰ ਨੂੰ 34.75 ਕਰੋੜ, ਸ਼ਨੀਵਾਰ ਨੂੰ 38.60 ਕਰੋੜ, ਐਤਵਾਰ ਨੂੰ 46.71 ਕਰੋੜ, ਸੋਮਵਾਰ ਨੂੰ 25.35 ਕਰੋੜ ਅਤੇ ਮੰਗਲਵਾਰ ਨੂੰ 22.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਅਦਾਲਤ ਵਿੱਚ ਜ਼ਮੀਨ ਸੰਬੰਧੀ ਲੱਖਾਂ ਰੁਪਏ ਦੀ ਧੋਖਾਦਹੀ ਦੇ ਮਾਮਲੇ ਵਿੱਚ ਪੰਜਾਬੀ ਗਾਇਕ ਪ੍ਰੀਤ ਬਰਾੜ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ। ਉਸ ਨੂੰ ਐਲਾਨ ਕਰਨ ਤੋਂ ਪਹਿਲਾਂ ਅਦਾਲਤ ਵੱਲੋਂ ਬਰਾੜ ਨੂੰ 1 ਮਹੀਨੇ ਦੇ ਅੰਦਰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਪੰਜਾਬੀ ਸਿਤਾਰੇ ਆਪਣੇ ਕੰਮ ਨਾਲ ਇੰਨੀ ਦਿਨੀ ਬਾਲੀਵੁੱਡ ਵਿੱਚ ਖੂਬ ਨਾਮ ਕਮਾ ਰਹੇ ਨੇ। ਆਪਣੀ ਮਿਹਨਤ ਦੇ ਨਾਲ ਨਾਲ ਇਹ ਸਿਤਾਰੇ ਪੰਜਾਬੀਆਂ ਦਾ ਵੀ ਨਾਮ ਰੋਸ਼ਨ ਕਰ ਰਹੇ ਨੇ। ਪੰਜਾਬੀ ਸਿਤਾਰਿਆਂ ਦੀ ਲਿਸਟ ਬੜੀ ਲੰਬੀ ਹੈ। ਇਸ ਲਿਸਟ ਵਿੱਚ ਹੁਣ ਇੱਕ ਨਵਾਂ ਨਾਮ ਜੁੜਨ ਵਾਲਾ ਹੈ ਜੋ ਹੈ ਈਸ਼ਾ ਰਸ਼ੀਦਾ। ਜੀ ਹਾਂ, ਪੰਜਾਬੀ ਮਾਡਲ ਅਤੇ ਅਭਿਨੇਤਰੀ ਈਸ਼ਾ ਜਲਦੀ ਹੀ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਬਾਲੀਵੁੱਡ ਇੰਡਸਟਰੀ ਨੂੰ ਆਪਣੇ ਹਰੇਕ ਰੰਗ ਵਿੱਚ ਰੰਗਣ ਵਾਲੇ ਨਾਮੀ ਐਕਟਰ ਗੁਰਦਾਸ ਮਾਨ ਦੀ ਆਉਣ ਵਾਲੀ ਫਿਲਮ ਨਨਕਾਣਾ ਇੰਨੇ ਦਿਨੀ ਕਾਫੀ ਸੁਰਖੀਆਂ ਦੇ ਵਿੱਚ ਹੈ। ਹਾਲ ਹੀ ਦੇ ਵਿੱਚ ਗੁਰਦਾਸ ਮਾਨ ਦੀ ਨਨਕਾਣਾ ਫਿਲਮ ਦਾ ਡਾਇਲੌਗ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ ਵਿੱਚ ਗੁਰਦਾਸ ਮਾਨ ਅਤੇ ਕਵਿਤਾ ਕੌਸ਼ਿਕ ਦੀ ਬੱਚੇ ਨਾਲ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਕੌਰਵੀ ਦਾ ਅੱਜ ਆਪਣਾ 27ਵਾਂ ਜਨਮ ਦਿਨ ਮਨਾ ਰਹੀ ਹੈ। ਪੰਜਾਬੀ ਗਾਇਕੀ ਦੇ ਖੇਤਰ ਵਿੱਚ ਬਹੁਤ ਥੋੜ੍ਹੇ ਸਮੇਂ ਵਿੱਚ ਵੱਡੀਆਂ ਪੁਲਾਂਘਾਂ ਪੁੱਟਣ ਵਾਲੀ ਇਸ ਖੂਬਸੂਰਤ ਗਾਇਕਾ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਵਾਂ ਗਾਉਂ ਤਹਿਸੀਲ ਪਾਤਰਾਂ ਵਿਖੇ 5 ਜੁਲਾਈ 1991 ਨੂੰ ਹੋਇਆ ਸੀ। ਦਲਜੀਤ ਦਾ ਕਹਿਣਾ ਹੈ ਕਿ ਉਹ ਗੰਗਨਮ ਸਟਾਈਲ ਵਾਂਗ ਕੁਝ ਵੱਖਰਾ ਪੰਜਾਬੀ ਗੀਤ ਬਣਾਉਣਾ ਚਾਹੁੰਦੇ ਨੇ। ਉਹਨਾਂ ਨੇ ਇਸ ਲਈ 3 ਗੀਤ ਕੰਪੋਜ਼ ਕੀਤੇ ਨੇ, ਜਿਨ੍ਹਾਂ ਵਿੱਚ ਉਹ ਇੱਕ ਦੀ ਚੋਣ ਕਰਨਗੇ। ਉਹਨਾਂ ਕਿਹਾ ਹੈ ਕਿ ਇਸ ਗੱਲ ਦਾ ਮੈਨੂੰ ਪਤਾ ਨਹੀਂ ਹੈ ਕਿ
ਇਹ ਗੀਤ ਬਿਲਕੁਲ ਗੰਗਨਮ ਸਟਾਈਲ ਵਾਂਗ ਬਣੇਗਾ ਜਾਂ ਨਹੀਂ, ਪਰ ਉਹ ਇਸ ਮਿਊਜ਼ਿਕ ਦੀ ਵੀਡੀਓ ਬਣਾ ਰਹੇ ਨੇ। ਦੱਸਣਯੋਗ ਹੈ ਕਿ ਇਸ ਗੀਤ ਨੂੰ ਲਿਖਿਆ ਵੀ ਖੁਦ ਦਲਜੀਤ ਦੋਸਾਂਝ ਨੇ ਹੈ।